ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ। ਠੀਕ ਹੈ, ਤਾਂ ਰਾਈਟਿੰਗ ਕਾਫੀ ਸਟੂਡੈਂਟਸ ਦੀ ਜਿਹੜਾ ਇਹ ਹੈ ਕਿ ਮੈਮ ਜਿਹੜੀ ਰਾਈਟਿੰਗ ਇੰਪਰੂਵ ਨਹੀਂ ਹੋ ਰਹੀ। ਠੀਕ ਹੈ, ਤਾਂ ਰਾਈਟਿੰਗ ਇੰਪਰੂਵ ਕਰਨ ਦੇ ਲਈ ਪਹਿਲਾਂ ਕੀ ਹੈ, ਤੁਸੀਂ ਆਪਣੀ ਜਿਹੜੀ ਫਾਈਂਡ ਕਰੋ ਕਿ ਪ੍ਰੋਬਲਮ ਕੀ ਹੈ ਰਾਈਟਿੰਗ ਦੇ ਵਿੱਚ। ਠੀਕ ਹੈ, ਅਗਰ ਤੁਹਾਨੂੰ ਪ੍ਰੋਬਲਮ ਮਿਲ ਗਈ ਦੈਨ ਸੋਲਿਊਸ਼ਨ ਮਿਲੇਗਾ। ਤਾਂ ਉਸ ਤੋਂ ਬਾਅਦ ਕੀ ਹੈਗਾ, ਤੁਸੀਂ ਆਪਣੀ ਜਿਹੜੀ ਰਾਈਟਿੰਗ ਓਨਲੀ 1 ਮੰਥ ਦੇ ਵਿੱਚ ਇੰਪਰੂਵ ਕਰ ਸਕਦੇ ਹੈਗੇ ਆ। ਠੀਕ ਹੈ, ਅਤੇ ਜ਼ਿਆਦਾ ਟਾਈਮ ਸਪੈਂਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਗੀ। ਤਾਂ ਤੁਸੀਂ ਕਰਨਾ ਕੀ ਹੈਗਾ, 1 ਮੰਥ ਦੇ ਵਿੱਚ ਇੱਕ ਤਾਂ ਸਾਰੀ ਟਾਈਪਸ ਜਿਹੜੀਆਂ ਜਿੰਨੀਆਂ ਵੀ ਵੇਰੀਏਸ਼ਨ ਹੈ ਆਪਣੇ ਕੋਲ टास्क 1 और टास्क 2 ਦੇ ਲਈ ਉਹ ਸਿੱਖ ਲਓ। ਠੀਕ ਹੈ, ਉਸ ਤੋਂ ਬਾਅਦ ਜੋ ਇੱਕ ਵਧੀਆ ਸੈਂਪਲ ਆਨਸਰ ਮਤਲਬ ਪੜ੍ਹਿਆ ਕਰੋ ਜਿਸ 'ਚੋਂ ਤੁਹਾਨੂੰ ਵੋਕੈਬ ਮਿਲ ਜਾਵੇ। ਠੀਕ ਹੈ, ਔਰ ਸਟਰਕਚਰ ਜਿਹੜਾ ਤੁਸੀਂ ਹਰ ਇੱਕ ਐਸੇ ਦਾ ਇੱਕ ਵਧੀਆ ਸਟਰਕਚਰ, ਇੱਕ ਡਿਫਰੈਂਟ ਸਟਰਕਚਰ ਹੁੰਦਾ ਹਰ ਇੱਕ ਐਸੇ ਦਾ, ਤੁਸੀਂ ਕਿਹੜਾ ਕਿੱਦਾਂ ਲਿਖਣਾ ਤਾਂ ਉਹ ਚੀਜ਼ ਇੱਕ ਚੰਗੀ ਤਰ੍ਹਾਂ ਫੋਲੋ ਕਰੋ। ਠੀਕ ਹੈ, ਵੇਰੀਏਸ਼ਨ ਹੋ ਗਈ, ਵੋਕੈਬ ਹੋ ਗਈ, ਸਟਰਕਚਰ ਹੋ ਗਿਆ ਐਂਡ ਕਨੈਕਟਰਸ। ਠੀਕ ਹੈ, ਅਤੇ ਕਨੈਕਟਰਸ ਜਿਹੜੇ ਫੋਲੋ ਕਰੋ। ਤਾਂ ਇਹ ਚੀਜ਼ਾਂ ਤੁਸੀਂ ਅਗਰ ਕਰੋਗੇ ਤਾਂ ਤੁਸੀਂ 7+ ਲੀਡ ਕਰੋਗੇ। ਠੀਕ ਹੈ, ਤਾਂ ਇਹ ਚੀਜ਼ ਬਿਲਕੁਲ ਨਹੀਂ ਹੈਗੀ ਕਿ ਤੁਹਾਡੀ ਰਿਕੁਆਇਰਮੈਂਟ ਵੀ ਕੰਪਲੀਟ ਨਹੀਂ ਹੋਊਗੀ। ਤਾਂ ਪਲੀਜ਼ ਜਿਹੜੀ ਆਪਣੀ ਰਾਈਟਿੰਗ ਇੰਪਰੂਵ ਕਰਨ ਦੇ ਲਈ ਫਸਟ ਆਫ ਆਲ ਕੀ ਆ, ਵੇਰੀਏਸ਼ਨ ਨੂੰ ਐਡ ਕਰਨਾ ਸਟਾਰਟ ਕਰੋ। ਠੀਕ ਹੈ, ਆਪਣੇ ਐਸੇ ਦੇ ਵਿੱਚ ਤਾਂ ਇਹ ਚੀਜ਼ ਓਨਲੀ 1 ਮੰਥ ਵਿੱਚ ਕੰਪਲੀਟ ਹੋ ਜਾਂਦੀ ਆ। ਕੋਈ ਜ਼ਿਆਦਾ ਟਾਈਮ ਸਪੈਂਡ ਕਰਨ ਦੀ ਜ਼ਰੂਰਤ ਨਹੀਂ। ਜਿਹੜੇ ਸਟੂਡੈਂਟਸ ਓਨਲੀ ਰਾਈਟਿੰਗ ਦੇ ਕਰਕੇ ਹੀ ਜਿਹੜਾ 3-4 ਮੰਥ ਲਗਾ ਰਹੇ ਹੈਗੇ ਆ, ਠੀਕ ਹੈ, ਜਾਂ ਉੱਥੇ ਸਟਕ ਹੋਏ ਆ ਜਾਂ ਐਗਜ਼ਾਮ ਦੇਣ ਲਈ ਕੌਨਫੀਡੈਂਟ ਨਹੀਂ ਹੋ ਰਹੇ ਹੈਗੇ ਕਿ ਰਾਈਟਿੰਗ ਜਿਹੜੀ ਵੀਕ ਹੈ, ਠੀਕ ਹੈ, ਤਾਂ ਉਹ ਚੀਜ਼ ਨਾ ਕਰੋ। ਜਸਟ 1 ਮੰਥ ਦੇ ਵਿੱਚ ਇਹ ਤੁਸੀਂ ਆਪਣੀ ਰਾਈਟਿੰਗ ਕਲੀਅਰ ਕਰ ਸਕਦੇ ਹੈਗੇ ਆ। ਠੀਕ ਹੈ, ਓਕੇ। ਤਾਂ ਅੱਜ ਆਪਣੇ ਕੋਲ ਜਿਹੜਾ ਐਸੇ ਹੈਗਾ ਉਹ ਹੈ ਪ੍ਰੋਬਲਮ ਸੋਲਿਊਸ਼ਨ ਐਸੇ। ਰਾਈਟਿੰਗ ਔਨਲਾਈਨ ਬੈਚ ਜਿਹੜਾ 15 ਮਾਰਚ ਤੋਂ ਸਟਾਰਟ ਹੋ ਰਿਹਾ। ਅਗਰ ਕੋਈ ਵੀ ਸਟੂਡੈਂਟ ਜਿਹੜਾ ਔਨਲਾਈਨ ਕਲਾਸ ਲੈਣਾ ਚਾਹੁੰਦਾ ਹੋਵੇ ਤਾਂ ਉਹ ਜਿਹੜਾ ਗਿਵਨ ਨੰਬਰ 'ਤੇ ਕੰਟੈਕਟ ਕਰ ਸਕਦਾ ਹੈਗਾ। ਠੀਕ ਹੈ, ਤਾਂ ਇਸ 1 ਮੰਥ ਦਾ ਬੈਚ ਹੋਏਗਾ। ਤਾਂ ਇਹਦੇ ਵਿੱਚ ਤੁਹਾਨੂੰ ਸਾਰਾ ਕੁਛ ਲਾਈਕ ਸੈਂਟੈਂਸ ਵੇਰੀਏਸ਼ਨ, ਠੀਕ ਹੈ, ਔਰ ਜੋ ਵੀ ਤੁਹਾਨੂੰ ਵੋਕੈਬ, ਸਟਰਕਚਰ ਸਾਰਾ ਕੁਛ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ। ਠੀਕ ਹੈ, 1 ਮੰਥ ਦੇ ਵਿੱਚ, ਔਰ ਜੋ ਵੀ ਤੁਹਾਡੀ ਰਾਈਟਿੰਗ ਦੀਆਂ ਨੀਡਸ ਹੈ ਸਾਰੀਆਂ 1 ਮੰਥ ਦੇ ਵਿੱਚ ਕੰਪਲੀਟ, ਔਰ ਜੋ ਤੁਹਾਡੀ ਕਨਫਿਊਜ਼ਨ ਹੈਗੀ ਆ ਉਹ ਵੀ ਜਿਹੜੀ। ਠੀਕ ਹੈ, ਤਾਂ ਸਾਰਾ ਤੁਸੀਂ 1 ਮੰਥ ਦੇ ਵਿੱਚ ਕਲੀਅਰ ਕਰ ਸਕਦੇ ਆਪਣੀ ਰਾਈਟਿੰਗ। ਤਾਂ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਅਗਰ ਤੁਸੀਂ ਜਿਹੜੀ ਔਨਲਾਈਨ ਕਲਾਸ ਲੈਣਾ ਚਾਹੁੰਦੇ ਹੋ। ਤਾਂ ਆਪਣੇ ਕੋਲ ਜਿਹੜਾ ਅੱਜ ਐਸੇ ਹੈਗਾ ਪ੍ਰੋਬਲਮ ਐਂਡ ਸੋਲਿਊਸ਼ਨ। ਇੱਕ ਪ੍ਰੋਬਲਮ ਦੱਸਣੀ, ਇੱਕ ਸੋਲਿਊਸ਼ਨ ਦੱਸਣਾ ਹੈਗਾ। ਠੀਕ ਹੈ, ਐਨ ਇੰਕਰੀਜ਼ਿੰਗ ਨੰਬਰ ਆਫ ਪ੍ਰੋਫੈਸ਼ਨਲ ਸੱਚ ਐਜ਼ ਡਾਕਟਰ ਐਂਡ ਟੀਚਰਸ ਆਰ ਲੀਵਿੰਗ ਦੇਅਰ ਓਨ ਕੰਟਰੀਜ਼ ਟੂ ਵਰਕ ਇਨ ਡਿਵੈਲਪ ਕੰਟਰੀਜ਼। ਕਿ ਇੱਕ ਇੰਕਰੀਜ਼ਿੰਗ ਨੰਬਰ, ਇੱਕ ਵੱਡੇ ਨੰਬਰ 'ਤੇ ਕੀ ਹੈ, ਜਿਹੜੇ ਪ੍ਰੋਫੈਸ਼ਨਲਸ ਹੈਗੇ ਆ, ਡਾਕਟਰਸ, ਟੀਚਰਸ, ਲੀਵਿੰਗ ਦੇਅਰ ਓਨ ਕੰਟਰੀਜ਼, ਆਪਣੀ ਕੰਟਰੀਜ਼ ਨੂੰ ਛੱਡ ਰਹੇ ਆ ਕਾਹਦੇ ਲਈ, ਕੰਮ ਕਰਨ ਲਈ ਡਿਵੈਲਪ ਕੰਟਰੀਜ਼ ਦੇ ਵਿੱਚ। ਠੀਕ ਹੈ, ਵਟ ਪ੍ਰੋਬਲਮਸ ਡਜ਼ ਦਿਸ ਕਾਊਜ਼, ਵਟ ਕੈਨ ਬੀ ਡਨ ਟੂ ਡੀਲ ਵਿਦ ਦਿਸ ਸਿਚੁਏਸ਼ਨ। ਠੀਕ ਹੈ, ਕਿ ਕੀ ਜਿਹੜੀ ਪ੍ਰੋਬਲਮ ਹੋ ਸਕਦੀ ਹੈ ਔਰ ਕੀ ਆਪਾਂ ਇਹਦਾ ਡੀਲ ਕਰਨ ਲਈ ਕਰ ਸਕਦੇ ਹੈਗੇ ਆ। ਠੀਕ ਹੈ, ਤਾਂ ਦੇਖੋ ਆਪਾਂ ਜਿਹੜੀ ਹੁਣ ਪਹਿਲਾਂ ਕੀ ਆ ਰੀਫਰੇਸ ਪਲੱਸ ਥੀਸੀ ਲਾਈਨ ਕਰਦੇ ਆ। ਤਾਂ ਰੀਫਰੇਸ ਦੇ ਲਈ ਇੱਕ ਜਿਹੜਾ ਰੂਲ ਸੈੱਟ ਕਰ ਲਓ ਕਿ ਸੈਂਟੈਂਸ ਟੂ ਸੈਂਟੈਂਸ ਕਰਨੀ ਆ। ਅਗਰ ਤੁਸੀਂ ਵਰਡ ਟੂ ਵਰਡ ਕਰ ਰਹੇ ਹੋ, ਤੁਸੀਂ ਵਰਡ ਟੂ ਵਰਡ ਤਾਂ ਕਰਨੀ ਅਗਰ ਤੁਹਾਨੂੰ ਬਿਲਕੁਲ ਸਿਨੋਨਿਮ ਪਤਾ ਹੈ ਔਰ ਤੁਹਾਡੀ ਰਿਕੁਆਇਰਮੈਂਟ ਜਸਟ 6 ਹੈ। ਠੀਕ ਹੈ, ਅਗਰ ਤੁਸੀਂ ਉਹਦੇ ਵਿੱਚ ਸਿਨੋਨਿਮ ਨਹੀਂ ਲਿਖਦੇ ਹੈਗੇ, ਵਰਡ ਟੂ ਵਰਡ ਕਰਦੇ ਆ, ਤੁਹਾਨੂੰ ਜ਼ਿਆਦਾ ਨਹੀਂ ਪਤਾ, ਠੀਕ ਹੈ, 1-2 ਹੀ ਲਿਖਦੇ ਆ, ਤਾਂ ਫਿਰ ਉਹ 5.5 'ਤੇ ਰਹਿ ਜਾਏਗੀ ਰਾਈਟਿੰਗ। ਠੀਕ ਹੈ, ਤਾਂ ਪਲੀਜ਼ ਜਿਹੜਾ ਕਿ ਸੈਂਟੈਂਸ ਟੂ ਸੈਂਟੈਂਸ ਟਰਾਈ ਕਰੋ। ਤਾਂ ਦੇਖ ਦਿਓ ਹੁਣ ਆਪਾਂ ਲਿਖਦੇ ਹਾਂ ਅ ਲਾਰਜ ਨੰਬਰ ਆਫ ਫਿਜ਼ੀਸ਼ੀਅਨਸ। ਠੀਕ ਹੈ, ਡਾਕਟਰਸ ਨੂੰ ਫਿਜ਼ੀਸ਼ੀਅਨਸ ਲਿਖ ਲਿਆ, ਇੰਕਰੀਜ਼ਿੰਗ ਨੰਬਰ ਨੂੰ ਅ ਲਾਰਜ ਨੰਬਰ ਆਫ ਲਿਖ ਲਿਆ। ਐਂਡ ਐਜੂਕੇਟਰਸ ਆਰ ਮਾਈਗ੍ਰੇਟਿੰਗ ਫਰੋਮ ਦੇਅਰ ਨੇਟਿਵ ਹੁੰਦਾ ਆਪਣੀ ਕੰਟਰੀ ਟੂ ਅਨਦਰ ਨੇਸ਼ਨ ਲਿਖ ਦਿੱਤਾ ਹੋਰ ਕੰਟਰੀ ਨੂੰ। ਠੀਕ ਹੈ, ਇਨ ਔਰਡਰ ਟੂ ਗੈਟ ਬੈਟਰ ਜੋਬ ਓਪਰਚੁਨਿਟੀਜ਼। ਠੀਕ ਹੈ, ਇਨ ਔਰਡਰ ਟੂ ਹੁੰਦਾ ਕੰਪਲੈਕਸ ਸੈਂਟੈਂਸ ਆਪਣੇ ਕੋਲੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈਗਾ, ਜੋਬ ਓਪਰਚੁਨਿਟੀਜ਼, ਮਤਲਬ ਉਹਨਾਂ ਨੇ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਵਰਕ ਕਰਨ ਦੇ ਲਈ ਜਾਂਦੇ ਆ, ਤਾਂ ਆਪਾਂ ਇੱਥੇ ਲਿਖਤਾ ਜੋਬ ਓਪਰਚੁਨਿਟੀਜ਼ ਦੇ ਲਈ। ਠੀਕ ਹੈ, ਇਹ ਹੋ ਗਈ ਆਪਣੀ ਜਿਹੜੀ ਰੀਫਰੇਸ। ਹੁਣ ਥੀਸੀ ਲਾਈਨ ਦੱਸਾਂਗੇ। ਆਲਦੋ ਦਿਸ ਟ੍ਰੈਂਡ ਗਿਵਸ ਬਰਥ ਟੂ ਸੈਵਰਲ ਥ੍ਰੀਡਸ ਯੈਟ ਗੌਰਮੈਂਟ ਕੈਨ ਟੈਕਲ ਦਿਸ ਪ੍ਰੋਬਲਮ ਵਿਦ ਦ ਹੈਲਪ ਆਫ ਸਮ ਐਕਸ਼ਨਸ। ਠੀਕ ਹੈ, ਚਾਹੇ ਇਹ ਪ੍ਰੋਬਲਮ ਜਿਹੜੀ ਕਾਫੀ ਜਿਹੜਾ ਬਰਥ ਦਿੰਦੀ ਹੈਗੀ ਹੈ ਕਾਫੀ ਪ੍ਰੋਬਲਮਸ ਨੂੰ, ਪਰ ਫਿਰ ਵੀ ਕੀ ਆ ਗੌਰਮੈਂਟ ਟੈਕਲ ਕਰ ਸਕਦੀ ਹੈ ਇਹਨੂੰ ਕੁਛ ਐਕਸ਼ਨਸ ਦੇ ਨਾਲ। ਠੀਕ ਹੈ, ਇਹ ਹੋ ਗਈ ਰੀਫਰੇਸ ਪਲੱਸ ਥੀਸੀ ਲਾਈਨ। ਹੁਣ ਸ਼ਿਫਟ ਕਰਾਂਗੇ BP 1 ਦੇ ਲਈ, ਮਤਲਬ ਕਿ ਆ ਪ੍ਰੋਬਲਮ ਦੇ ਲਈ ਪ੍ਰੋਬਲਮ ਕੀ ਹੋ ਸਕਦੀ ਹੈ। ਠੀਕ ਹੈ, ਟੂ ਕਮੈਂਸ ਵਿਦ ਸਟਾਰਟ ਕੀਤਾ, ਕਨੈਕਟਰ ਲਗਾ ਦਿਓ। ਠੀਕ ਹੈ, ਦਿਸ ਟ੍ਰੈਂਡ ਵੁੱਡ ਕਾਊਜ਼ ਸਮ ਸੀਰੀਅਸ ਪ੍ਰੋਬਲਮ ਫॉर ਪੂਅਰ ਪੀਪਲ। ਕਿ ਇਹ ਜਿਹੜੇ ਪੂਅਰ ਲੋਕ ਹੈਗੇ ਆ ਉਹਨਾਂ ਦੇ ਲਈ ਕੁਛ ਪ੍ਰੋਬਲਮਸ ਜਿਹੜੀਆਂ ਮਤਲਬ ਕਿ ਲੈ ਕੇ ਆਏਗਾ। ਠੀਕ ਹੈ, ਫਸਟ ਆਫ ਆਲ ਸਭ ਤੋਂ ਪਹਿਲਾਂ ਕੀ ਆ, ਪੀਪਲ ਬੀਂਗ ਡਿਪ੍ਰਿਵਡ ਆਫ ਐਜੂਕੇਸ਼ਨ ਐਂਡ ਮੈਡੀਕਲ ਸਿਸਟਮਸ। ਠੀਕ ਹੈ, ਕਿ ਜਿਹੜੇ ਪਹਿਲਾਂ ਕੀ ਆ ਫਸਟ ਆਫ ਆਲ ਲਗਾ ਲਿਆ ਕਨੈਕਟਰ। ਠੀਕ ਹੈ, ਲੋਕ ਕੀ ਹੈਗੇ ਆ, ਡਿਪ੍ਰਿਵਡ ਹੁੰਦਾ ਵਾਂਝੇ ਰਹਿ ਜਾਣਾ। ਠੀਕ ਹੈ, ਕਿ ਉਹ ਵਾਂਝੇ ਰਹਿ ਜਾਣਗੇ ਐਜੂਕੇਸ਼ਨ ਐਜ਼ ਵੈਲ ਐਜ਼ ਮੈਡੀਕਲ ਸਿਸਟਮ ਤੋਂ। ਮਤਲਬ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਆਪਾਂ ਟੀਚਰ ਦੇ ਨਾਲ ਰਿਲੇਟ ਕਰ ਦਿੱਤਾ, ਔਰ ਜਿਹੜਾ ਆਪਣਾ ਮੈਡੀਕਲ ਸਿਸਟਮ ਉਹ ਡਾਕਟਰ ਦੇ ਨਾਲ ਰਿਲੇਟ ਕਰ ਦਿੱਤਾ। ਠੀਕ ਹੈ, ਕਿਉਂਕਿ ਦੋਨਾਂ ਦੀ ਗੱਲ ਕੀਤੀ ਗਈ ਸੀ ਆਪਣੇ ਕੋਲ ਸਟੇਟਮੈਂਟ ਦੇ ਵਿੱਚ। ਹੁਣ ਜਿਹੜੀ ਆਪਣੇ ਕੋਲ ਟਾਸਕ ਸਟੇਟਮੈਂਟ ਇਹਦੇ ਵਿੱਚ ਤਾਂ ਆਪਾਂ ਇਹ ਦੱਸਦਾ ਕਿ ਡਿਪ੍ਰਿਵਡ ਰਹਿ ਜਾਣਗੇ ਮੈਡੀਕਲ ਸਿਸਟਮ ਤੋਂ ਵੀ ਐਜੂਕੇਸ਼ਨ ਸਿਸਟਮ ਤੋਂ। ਹੁਣ ਉਹ ਕਿੱਦਾਂ ਰਹਿ ਜਾਣਗੇ ਉਹ ਚੀਜ਼ ਤੁਸੀਂ ਕੀ ਆ ਇਲੈਬੋਰੇਸ਼ਨ ਦੇ ਵਿੱਚ ਦੱਸੋਗੇ।
टू एक्सप्लेन इट मतलब सपोर्ट करना अपने आइडिया नू। इफ़ ठीक है कंडीशनल सेंटेंस लगा दिता, इफ़ द टीचर एंड हैल्थ एक्सपर्ट्स मूव टू डेवलप नेशन। अगर जो टीचर है हैल्थ एक्सपर्ट्स, ठीक है हैल्थ एक्सपर्ट्स भी लिख सकते हैं, फिजिशियंस भी लिख सकते हैं, डॉक्टर्स भी लिख सकते हैं, जो अपने को है सिनोनिम है डॉक्टर्स के, ठीक है टीचर भी लिख सकते हैं, एजुकेटर भी लिख सकते हैं, प्रोफैसर भी लिख सकते हैं। एक्सपर्ट्स मूव टू डेवलप नेशन अगर की है जो टीचर्स एंड जो हैल्थ एक्सपर्ट्स आ मूव कर जाएंगे डेवलप नेशन नू, तो फिर की होएगा कॉमा यूज़ किया, देयर वुड बी दैन भी लगा सकते हैं तुसीं, ते देयर वुड बी नो ऑप्शन फॉर पुअर पीपल टू गैट एन एजुकेशन एज वेल एज गुड ट्रीटमेंट। कि लोगों को ऑप्शन ही नहीं रह जाएगी कि वो वधिया एजुकेशन लैन एंड की है जो वधिया ट्रीटमेंट लैन। ठीक है, ये होगी अपनी जी सपोर्ट आइडिया। हुण देखो फुल पढ़ के देखो टास्क स्टेटमेंट एंड दोनों अपनी जी इलैबोरेशन है दोनों पढ़ के देखो कि आपा की क्या वो मतलब कि जोड़े वांझे रह जाएंगे एजुकेशन तो और मैडिकल सिस्टम तो, क्योंकि अगर जे मतलब टीचर एंड हैल्थ एक्सपर्ट्स चले जाएंगे ठीक है तो उन्होंने कोई ऑप्शन नहीं रहेगी कि वो कितों जो मैडिकल सिस्टम लैन ठीक है और कितों एजुकेशन लैन। ये हो गया अपना जोड़ा टास्क स्टेटमेंट एंड एलैबोरेशन। उस तो अगे फॉर इंस्टेंस ठीक है ये अपनी जी एग्जाम्पल होंगी है, अ सर्वे वॉज कंडक्टेड बाय इंडियन मैगजीन्स। ठीक है कि इंडियन मैगजीन्स के द्वारा एक सर्वे कंडक्ट किया गया ठीक है इन 2014 दे विच फाउंड दैट 70% इंडियन स्टूडेंट्स आर नॉट एबल टू गैट हायर एजुकेशन। कि 70% जोड़े इंडियन स्टूडेंट है वो की हायर एजुकेशन लैन दे एबल नहीं है ड्यू टू माइग्रेशन ऑफ एक्सपर्ट्स प्रोफैसर। हुण प्रोफैसर वर्ड लगा दिता टीचर्स के लिए ठीक है कि माइग्रेशन हो गई है प्रोफैसर्स की एक्सपर्ट जोड़े सीगे तो हुण की हैगा कि वो हायर एजुकेशन कित्थों लैन। ठीक है कि इंडियन स्टूडेंट एबल नहीं है 70%। तो तुसीं कह भी सकते हो जिद्दां अजकल ट्रेंड है ठीक है कि काफ़ी जोड़े स्टूडेंट्स अपनी स्टडी के लिए अब्रॉड में चूज़ करते हैं तो दैट्स वाई लिख सकते हैं कि इंडियन स्टूडेंट्स जोड़े है 70% एबल ही नहीं हैगी। ठीक है उस तो बाद आप जो रिजल्ट करना ठीक है एज अ रिजल्ट दिस इज़ डेंजरस फॉर न्यू जनरेशन। ठीक है कि ये जो डेंजरस आ जनरेशन के लिए क्यों क्योंकि उन्होंने ना तो हैल्थ फैसिलिटीज़ मिल रही हैं ना एजुकेशन फैसिलिटीज़ तो वो एक पुअर ग्रोथ में लीड करेंगे। ठीक है या फिर तुसीं ते रिजल्ट ये भी लिख सकते कि पुअर ग्रोथ में लीड करेगा। ये हो गया अपनी प्रॉब्लम। हुण आपां इहदा सल्यूशन देवांगे ठीक है क्योंकि एक प्रॉब्लम दसदी एक सल्यूशन तुसीं दो भी दस सकते हैं दो सल्यूशन। फिर अगर दो प्रॉब्लम दस रहे हैं तो दो सल्यूशन दसोगे। टू डील विद दिस चैलेंजेस ठीक है कि ये जो चैलेंजेस के नाल डील करने के लिए द गवर्नमेंट हैज़ मैनी ऑप्शन। बेसिक लाइन लगा दी है कि इन्होंने चैलेंजेस के नाल डील करने के लिए गवर्नमेंट को काफ़ी जड़ियाँ ऑप्शनस हैगियां। Firstly, authority should increase the more job opportunities along with high wages for both tutors and doctors। ठीक है tutors वर्ड भी लगा सकते हैं तुसीं टीचर्स के लिए। ठीक है तो आप वेजेस कह दिता कि जड़ियाँ वेज इंक्रीज़ करनियाँ चाहिए, सैलरीज इंक्रीज़ करनियाँ चाहिए, जॉब अपॉर्चुनिटीज़ भी इंक्रीज़ करनियाँ चाहिए तो जो की है जो टूटर्स एंड डॉक्टर्स जोड़े कि उस वो आप लैबोरेशन के दसांगे। ठीक है हुण ये हैगी अपनी टास्क स्टेटमेंट कि गवर्नमेंट को ये चीज़ करनी चाहिए कि अपॉर्चुनिटीज़ जॉब अपॉर्चुनिटीज़ देनियाँ चाहिए एंड की वेजेस हाई देनियाँ चाहिए। हुण ये वर्क किद्दां करूगी वो चीज़ तुसीं देखनी हैगी एलैबोरेशन दे विच। ठीक है टू एलैबोरेट इट हाई वेजेस आर नॉट ओनली बेनीफिशियल नॉट ओनली बट ऑल्सो एक सेंटेंस वेरीएशन अपने को ठीक है सिंपल वेरीएशन दे विच आ जाती है अपने को। हाई वेजेस आर नॉट ओनली बेनीफिशियल फॉर सिंगल इंडिविजुअल। ठीक है कि सिंगल इंडिविजुअल के लिए ही निकलनी बेनीफिशियल हैगी बट ऑल्सो हैल्प इन डेवलपिंग नेशनस इकोनॉमी कि नेशन की इकोनॉमी को भी बूस्ट करने के हैल्प करती है। ठीक है हाई वेजेस ये होगी अपनी एलैबोरेशन। उस तो अगे एग्जाम्पल देन लगी फॉर एग्जाम्पल देखो जो कनैक्टर तुसी एलैबोरेट टू एलैबोरेट इट फर्स्टली फॉर एग्जाम्पल हैंस। ठीक है जोड़े BP1 के लगा देते हो BP2 च नहीं लगाने कनैक्टर डिफरेंट होने चाहिए। ठीक है उस तो अगे गया अकॉर्डिंग टू अ सर्वे। ठीक है एक सर्वे के अकॉर्डिंग 70% टीचर हैव लैस वेजेस एज कंपेयर टू एन ऑर्डनरी शॉपकीपर इन अंडर डेवलप नेशन। ठीक है अंडर डेवलप नेशन के की 70% टीचर्स दी जड़ियाँ मतलब लैस ने तनख्वाह इन्नियां लैस ने कि ऑर्डनरी शॉपकीपर तो भी ज़्यादा ठीक है घट ने। तो ये चीज़ आप एक सर्वे का दस दिता कि मतलब कि टीचर्स एंड डॉक्टर्स को मतलब सैलरीज नहीं है दैट्स वाई वो प्रैफर करते हैं अब्रॉड जाना। ठीक है हैंस हुण रिजल्ट कढ़िया आफ्टर रिसीविंग गुड पेमेंट्स। हुण की होगा अगर एक वधिया जी पे दिंदा हैगी गवर्नमेंट उन्होंने तो वह रिजल्ट की होगा आफ्टर रिसीविंग गुड पेमेंट्स
प्रोफैशनल्स विल नॉट रिलाई ऑन अदर वैल्थी कंट्री फॉर जॉब्स कि ਜਿਹੜੇ मतलब हैगे डॉक्टर्स टीचर्स ਉਹ ਰਿਲਾਈ ਨਹੀਂ ਹੋਣਗੇ ਹੋਰ ਕੰਟਰੀਜ਼ ਵੈਲਥੀ ਕੰਟਰੀਜ਼ 'ਤੇ ਠੀਕ ਹੈ। ਕਿਉਂ ਨਹੀਂ ਰਿਲਾਈ ਹੋਣਗੇ? ਕਿਉਂਕਿ ਉਹਨਾਂ ਨੂੰ ਉਹੀ ਚੀਜ਼ ਆਪਣੀ ਕੰਟਰੀ ਦੇ ਵਿੱਚ ਮਿਲ ਰਹੀ ਹੈ ਤਾਂ ਉਹ ਆਪਣੀ ਕੰਟਰੀ ਦੇ ਵਿੱਚ ਹੀ ਕੰਮ ਕਰਨਗੇ, ਠੀਕ ਹੈ। ਤਾਂ ਇਹ ਚੀਜ਼ ਆਪਾਂ ਇੱਥੇ ਦੱਸ ਦਿੱਤੀ ਹੈ। ਹੁਣ ਕਨਕਲੂਡ, ਠੀਕ ਹੈ, ਇਹਦਾ ਕਨਕਲੂਜਨ ਦੇਣਾ ਹੈਗਾ, ਜਾਂ ਤਾਂ ਟੂ ਕਨਕਲੂਡ ਇਟ ਲਿਖੋ ਜਾਂ ਟੂ ਸਮ ਅਪ ਲਿਖੋ, ਇਨ ਕਨਕਲੂਜਨ ਲਿਖੋ, ਠੀਕ ਹੈ। ਥ੍ਰੀ ਕਨੈਕਟਰਸ ਆਪਣੇ ਕੋਲ ਕਨਕਲੂਜਨ ਨੂੰ ਰਿਪਰਜੈਂਟ ਕਰਨ ਦੇ ਲਈ। ਹੁਣ ਆਪਾਂ ਦੱਸਦਾ ਕਿ ਮਾਈਗ੍ਰੇਸ਼ਨ ਆਫ ਸਕਿਲਡ ਵਰਕਰਸ ਵਿਲ ਲੀਡ ਟੂ ਪੂਅਰ ਗਰੋਥ ਆਫ ਅ ਪਰਟੀਕੂਲਰ ਨੇਸ਼ਨ, ਠੀਕ ਹੈ। ਤਾਂ ਆਪਾਂ ਦੱਸਦਾ ਕਿ ਜਿਹੜੀ ਮਾਈਗ੍ਰੇਸ਼ਨ ਹੈਗੀ ਹੈ ਸਕਿਲਡ ਵਰਕਰ ਕੌਣ ਹੋਏ? ਡਾਕਟਰਸ ਐਂਡ ਟੀਚਰਸ, ਠੀਕ ਹੈ, ਕਿ ਉਹ ਲੀਡ ਕਰਨਗੇ ਇੱਕ ਪੂਅਰ ਗਰੋਥ ਨੂੰ ਅਗਰ ਉਹ ਜਿਹੜੀ ਉਹਨਾਂ ਦਾ ਮਾਈਗ੍ਰੇਸ਼ਨ ਹੋ ਰਹੀ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਆ, ਦਿਸ ਪ੍ਰੋਬਲਮ ਕੈਨ ਬੀ ਸੋਲਵ, ਠੀਕ ਹੈ। ਪਰ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਸੋਲਵ ਕੀਤੀ ਜਾ ਸਕਦੀ ਹੈ ਬਾਈ ਇੰਕਰੀਜ਼ਿੰਗ ਵੇजेस ਐਂਡ ਵਰਕ ਓਪਰਚੁਨਿਟੀਜ਼, ਤਨਖਾਹ ਇੰਕਰੀਜ਼ ਕਰਕੇ ਐਂਡ ਵਰਕ ਓਪਰਚੁਨਿਟੀਜ਼, ਜੋਬ ਓਪਰਚੁਨਿਟੀਜ਼ ਵੀ ਲਿਖ ਸਕਦੇ ਹਾਂ, ਵਰਕ ਓਪਰਚੁਨਿਟੀਜ਼ ਵੀ ਲਿਖ ਸਕਦੇ ਹਾਂ, ਠੀਕ ਹੈ। ਕਿ ਮਤਲਬ ਕਿ ਇੰਕਰੀਜ਼ ਕਰਕੇ ਉਹਨਾਂ ਦੀ ਜਿਹੜੀ ਇਹ ਮਾਈਗ੍ਰੇਸ਼ਨ ਟਰੈਂਡ ਹੈਗਾ ਜਿਹੜਾ ਉਹਨੂੰ ਕੰਟਰੋਲ ਕੀਤਾ ਜਾ ਸਕਦਾ। ਅਤੇ ਇਹੀ ਦੱਸਣਾ ਸੀ ਆਪਾਂ ਪ੍ਰੋਬਲਮ ਐਂਡ ਸੋਲਿਊਸ਼ਨ। ਤਾਂ ਕਨਕਲੂਜਨ ਦੇ ਵਿੱਚ ਇੱਕ ਚੀਜ਼ ਮੇਨਲੀ ਧਿਆਨ ਰੱਖਣੀ ਹੈਗੀ, ਕਨਕਲੂਜਨ ਦੇ ਵਿੱਚ ਉਹੀ ਚੀਜ਼ ਲਿਖਣੀ ਹੈ ਜੋ BP1 ਔਰ BP2 ਦੇ ਵਿੱਚ ਗੱਲ ਕਰਕੇ ਆਏ ਹੋ। ਤਾਂ ਐਕਸਟਰਾ ਆਈਡੀਆ ਕੋਈ ਵੀ ਐਡ ਨਹੀਂ ਕਰਨਾ। ਅਗਰ ਤੁਸੀਂ ਕਨਕਲੂਜਨ ਦੇ ਵਿੱਚ ਕੁਛ ਐਕਸਟਰਾ ਆਈਡੀਆ ਜਿਹੜਾ ਐਡ ਕਰ ਦਿੰਦੇ ਹੈਗੇ ਆ ਤਾਂ ਉਹ ਤੁਹਾਡਾ ਟਾਸਕ ਰਿਸਪੌਂਸ ਵੀਕ ਕਰਦਾ। ਜਿਹੜੀ ਚੀਜ਼ ਦੀ ਤੁਸੀਂ ਗੱਲ ਕੀਤੀ ਹੈਗੀ ਜਾਂ ਥੀਸੀ ਲਾਈਨ ਦੇ ਵਿੱਚ ਦੱਸ ਕੇ ਆਓ ਕਿ ਇਹ ਚੀਜ਼ ਦੀ ਗੱਲ ਕਰਨੀ ਹੈਗੀ ਆ ਤਾਂ ਉਸੇ ਦੀ ਹੀ ਕਨਕਲੂਜਨ ਦੇ ਵਿੱਚ ਕਰੋਗੇ, ਠੀਕ ਹੈ। ਤਾਂ ਕੋਈ ਵੀ ਜਿਹੜਾ ਆਊਟ ਤੋਂ ਜਿਹੜਾ ਵਿੱਚ ਕੋਈ ਆਈਡੀਆ ਨਹੀਂ ਐਡ ਕਰੋਗੇ, ਠੀਕ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਟਾਸਕ ਰਿਸਪੌਂਸ ਵੀਕ ਕਰਦਾ ਹੈ। ਤਾਂ ਠੀਕ ਹੈ, ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।